ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਉਮੀਦ ਕਰਦਾ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। ਕੁਝ ਗੱਲਾਂ ਕਰਨ ਨੂੰ ਦਿਲ ਕਰਦਾ ਸੀ ਐਕਚੁਅਲੀ ਤੁਹਾਡੇ ਨਾਲ। ਕੱਲ ਦੀ ਜੋ ਕਿਸਾਨੀ ਪਰੇਡ ਇੰਨੇ ਦਿਨਾਂ ਤੋਂ ਸਾਰਿਆਂ ਦੇ ਮਨਾਂ ਦੇ ਵਿੱਚ ਬੜਾ ਜੋਸ਼ ਸੀ ਔਰ ਕਿੰਨੇ ਦਿਨਾਂ ਤੋਂ ਦੇਖ ਰਹੇ ਹਾਂ ਅਸੀਂ ਖੁਦ ਵੀ। ਖੈਰ ਉਸ ਪਰੇਡ 'ਚ ਕੱਲ ਸ਼ਾਮਲ ਵੀ ਹੋਏ ਥੋੜ੍ਹੀ ਦੇਰ। ਬਾਕੀ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਮੈਨੂੰ ਲੱਗਦਾ ਦੱਸ ਸਕਦੇ ਹੋ ਵੀ ਜਿਹੋ ਜਿਹਾ ਘੱਟੋ ਘੱਟ ਮੈਂ ਆਪਣੀਆਂ ਜੇ ਮਨ ਦੀਆਂ ਭਾਵਨਾਵਾਂ ਦੇਖਦਾ ਤਾਂ ਦਿਲ ਬਹੁਤ ਉਦਾਸ ਆ ਕੱਲ ਦਾ, ਕਿਉਂਕਿ ਜਿਸ ਅੰਦੋਲਨ ਦੇ ਨਾਲ ਤੁਸੀਂ ਦਿਲ ਤੋਂ ਜੁੜੇ ਹੋਵੋ ਔਰ ਤੁਹਾਨੂੰ ਕਿਤੇ ਵੀ ਇਹ ਲੱਗੇ ਕਿ ਉਹ ਕਿਸੇ ਤਰੀਕੇ ਦੇ ਨਾਲ 2 ਕਦਮ ਪਿੱਛੇ ਹਟਿਆ ਤਾਂ ਤੁਹਾਡੇ ਦਿਲ ਨੂੰ ਜਿਹੜਾ ਦੁੱਖ ਹੋਣਾ ਉਹ ਸੁਭਾਵਿਕ ਹੁੰਦਾ। ਔਰ ਇੱਕ ਜਿਹੜੀ ਤਸਵੀਰ ਜਿਹੜੇ ਬੜੇ ਦਿਨਾਂ ਤੋਂ ਮੈਂ ਕਈ ਵਾਰੀ ਉੱਥੇ ਜਾ ਕੇ ਵੀ ਬੋਲਿਆ ਕਿ ਬਹੁਤ ਵਧੀਆ ਤਸਵੀਰ ਸਾਡੀ ਦੁਨੀਆ ਦੇ ਵਿੱਚ ਜਾ ਰਹੀ ਆ। ਜਿਹੜੇ ਲੋਕ ਪੰਜਾਬੀਆਂ ਨੂੰ ਸਿਰਫ ਗੋਲੀਆਂ ਬੰਦੂਕਾਂ ਵਾਲੇ ਨਸ਼ੇੜੀ ਕਹਿੰਦੇ ਸੀਗੇ, ਉਹਨਾਂ ਨੂੰ ਇਸ ਮੋਰਚੇ ਨੇ ਦੱਸਿਆ ਕਿ ਅਸੀਂ ਪਿਆਰ ਕਰਨ ਵਾਲੇ ਲੋਕ ਹਾਂ, ਮੁਹੱਬਤ ਵਾਲੇ ਲੋਕ ਹਾਂ ਔਰ ਕਿਵੇਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਪਰ ਉਸੇ ਚੀਜ਼ ਲਈ ਕੱਲ੍ਹ ਨੂੰ, ਕਿਉਂਕਿ ਮੈਨੂੰ ਦੁੱਖ ਇਸ ਕਰਕੇ ਲੱਗ ਰਿਹਾ ਕਿ ਜਿਹੜੀਆਂ ਚੀਜ਼ਾਂ ਤੋਂ ਸਾਡੇ ਆਗੂ ਬੜੀ ਦੇਰ ਤੋਂ ਸਾਨੂੰ ਸੁਚੇਤ ਕਰਦੇ ਆਏ ਕਿ ਨਹੀਂ ਕਰਨਾ, ਆਪਾਂ ਹਿੰਸਾ ਦੇ ਰਾਹ ਨਹੀਂ ਤੁਰਨਾ, ਆਪਣੀ ਤਸਵੀਰ ਨਹੀਂ ਮਾੜੀ ਪੇਸ਼ ਹੋਣ ਦੇਣੀ, ਉਹ ਕੱਲ੍ਹ ਕਿਤੇ ਨਾ ਕਿਤੇ ਆਪਾਂ ਉਸ ਚੀਜ਼ ਤੋਂ ਫੇਰ ਸਾਡਾ ਪੈਰ ਫਿਸਲਿਆ। ਔਰ ਜਿਹੜਾ ਕਿ ਸਰਕਾਰਾਂ ਹਮੇਸ਼ਾ ਹੀ ਚਾਹੁੰਦੀਆਂ ਹੈ ਨਾ, ਜੋ ਚੀਜ਼ ਉਹ ਬੜੀ ਦੇਰ ਤੋਂ ਬੋਲਦੇ ਆਉਂਦੇ ਆ ਹੈ ਨਾ, ਕਿ ਇਹ ਮੋਰਚੇ ਦੇ ਵਿੱਚ ਕਿਸਾਨ ਨਹੀਂ ਹੈਗੇ, ਇਹਨਾਂ ਦੀਆਂ ਸੋਚਾਂ ਕੋਈ ਹੋਰ ਨੇ, ਉਹ ਕਿਤੇ ਨਾ ਕਿਤੇ ਕੱਲ੍ਹ ਅਸੀਂ ਉਸ ਚੀਜ਼ 'ਤੇ ਮੋਹਰ ਲਾਤੀ। ਔਰ ਇੱਕ ਚੀਜ਼ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਆ ਬਈ ਸਾਡੀ ਕਿਹੜੀ ਐਕਟੀਵਿਟੀ ਨਾਲ ਸਾਨੂੰ ਕੀ ਫਾਇਦਾ ਹੋ ਰਿਹਾ ਤੇ ਕੀ ਨੁਕਸਾਨ ਹੋ ਰਿਹਾ, ਕਿਉਂਕਿ ਕਰਦੇ ਤਾਂ ਆਪਾਂ ਕਿਸੇ ਮੰਤਵ ਲਈ ਕਰਾਂਗੇ। ਜੇ ਕੁਝ ਕਰਾਂਗੇ ਤੋ ਜੋ ਕੱਲ੍ਹ ਹੋਇਆ ਉਹਦੇ 'ਚੋਂ ਆਪਣਾ ਕੀ ਫਾਇਦਾ ਨਿਕਲਿਆ ਜਾਂ ਲਾਲ ਕਿਲੇ ਤੇ ਜਾ ਕੇ ਆਪਾਂ ਨੂੰ ਕੀ ਮਿਲ ਗਿਆ। ਤੋ ਮੈਨੂੰ ਤਾਂ ਸਿਰਫ ਇਹ ਲੱਗਦਾ ਕਿ ਅਸੀਂ ਜਿਹੜਾ ਗੋਦੀ ਮੀਡੀਆ ਬੜੀ ਦੇਰ ਤੋਂ ਉਡੀਕ ਕਰ ਰਿਹਾ ਸੀ ਕਿ ਕਿਸਾਨ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ ਸੀ, ਕੋਈ ਫੁਟੇਜ ਨਹੀਂ ਸੀ ਉਹਨਾਂ ਕੋਲੇ, ਕੀ ਚਲਾਉਂਦੇ। ਜਿਹੜੇ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆ, ਜਿਨ੍ਹਾਂ ਨੇ ਕੋਈ ਉੱਥੇ ਕੋਈ ਫੁੱਲ ਵੀ ਨਹੀਂ ਤੋੜਿਆ ਜਿੱਥੇ ਬੈਠੇ ਆ, ਜਦੋਂ ਤੋਂ ਇੱਥੋਂ ਤੁਰੇ ਆ, ਕਿਸੇ ਇੱਕ ਪੈਸੇ ਦਾ ਕੋਈ ਨੁਕਸਾਨ ਨਹੀਂ ਕੀਤਾ। ਸੋ ਫਿਰ ਵੀ ਚਲੋ ਗੋਦੀ ਮੀਡੀਆ ਦਾ ਕੰਮ ਆ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਫੇਲ ਹੋ ਰਿਹਾ ਸੀ ਇਹਦੇ 'ਚ, ਕਿਉਂਕਿ ਉਹਨਾਂ ਕੋਲੇ ਕੋਈ ਚੀਜ਼ ਹੀ ਹੈ ਨਹੀਂ ਸੀ ਕੀ ਵੀਡੀਓ ਦਿਖਾ ਦਿੰਦੇ ਸਾਡੇ ਕਿਸਾਨਾਂ ਦੇ ਖਿਲਾਫ, ਸਾਡੇ ਖਿਲਾਫ। ਪਰ ਕੱਲ੍ਹ ਅਸੀਂ ਉਹਨਾਂ ਨੂੰ ਮੌਕਾ ਦੇਤਾ ਹੈ ਨਾ। ਉਹਨਾਂ ਕੋਲੇ ਜਿਹੜੀ ਚੀਜ਼ ਦੀ ਘਾਟ ਸੀਗੀ ਕਿ ਕੀ ਦਿਖਾਵਾਂਗੇ, ਉਹ ਅਸੀਂ ਕੱਲ੍ਹ ਉਹਨਾਂ ਨੂੰ ਭਰ ਕੇ ਫੁਟੇਜ, ਭਰ ਕੇ ਵੀਡੀਓ ਵੰਡਤੇ ਕਿ ਆਹ ਚੀਜ਼ ਤੁਸੀਂ ਲੋਕਾਂ ਨੂੰ ਦਿਖਾਓ ਜੀ, ਇਸ ਤਰੀਕੇ ਨਾਲ ਤੁਸੀਂ ਸਾਡੀ ਬਦਨਾਮੀ ਕਰੋ। ਸੋ ਉਹ ਵੀਡੀਓ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਤੀਆਂ ਕੱਲ੍ਹ ਕਿਤੇ ਨਾ ਕਿਤੇ। ਦੂਜੀ ਗੱਲ, ਜਿੰਨੀ ਕੁ ਮੇਰੀ ਸਮਝ ਆ, ਮੈਨੂੰ ਲੱਗਦਾ ਸਰਕਾਰ ਦੀ ਸ਼ਹਿ ਤੋਂ ਬਿਨਾਂ ਇਹੋ ਜਿਹਾ ਕੁਝ ਹੋਣਾ ਪੋਸੀਬਲ ਨਹੀਂ ਹੈ। ਉਹ ਖੁਦ ਇਹ ਚਾਹੁੰਦੇ ਸੀ ਕਿ ਇਹ ਇਹੋ ਜਿਹੀ ਹਰਕਤ ਕਰਨ, ਕਿਉਂਕਿ ਕਿਸਾਨ ਮੋਰਚੇ ਦੇ ਨਾਲ ਦੁਨੀਆ ਦਾ ਕੋਈ ਵੀ ਧਰਮ, ਕਿਸੇ ਵੀ ਤਬਕੇ ਦੇ ਨਾਲ ਸੰਬੰਧਿਤ ਬੰਦਾ, ਉਹਦੀ ਸਿੰਪਥੀ ਕਿਸਾਨਾਂ ਦੇ ਨਾਲ ਆ।
ਔਰ ਜੇ ਸਰਕਾਰ ਕੋਈ ਕਾਰਵਾਈ ਕਰਦੀ ਆ ਤਾਂ ਲੋਕ ਸਰਕਾਰ ਦੇ ਖਿਲਾਫ ਹੋਣਗੇ, ਕਿਉਂਕਿ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਆ, ਕਿਵੇਂ ਉਹਨਾਂ ਦੀ ਕੁੱਟਮਾਰ ਕਰ ਸਕਦੇ ਆ। ਇਹ ਕੁਛ ਨਾ ਕੁਛ ਇਹੋ ਜਿਹਾ ਕਰਨਾ ਚਾਹੁੰਦੇ ਸੀ, ਕੱਲ ਉਹਦੇ 'ਚ ਕਿਸੇ ਹੱਦ ਤੱਕ ਕਾਮਯਾਬ ਵੀ ਹੋਏ ਆ ਕਿ ਜਿਹੜੇ ਹੋਰ ਤਬਕੇ ਨੇ ਉਹਨਾਂ ਨੂੰ ਅਸੀਂ ਇਹ ਦਿਖਾ ਸਕੀਏ ਕਿ ਦੇਖੋ ਇਹ ਸ਼ਾਂਤਮਈ ਲੋਕ ਨਹੀਂ ਹੈਗੇ, ਹਨਾ, ਇਹਨਾਂ ਤੇ ਕਾਰਵਾਈ ਕਰਨੀ ਬਣਦੀ ਆ। ਜੋ ਕੱਲ ਅਸੀਂ ਕੀਤਾ, ਇਹਦੇ ਤੋਂ ਬਾਅਦ 'ਚ ਕੋਈ ਵੀ ਹਰਕਤ ਕਰਨ ਤਾਂ ਕਿਤੇ ਨਾ ਕਿਤੇ ਉਹ ਲੋਕਾਂ ਦੀ ਸਿੰਪਥੀ ਸਰਕਾਰ ਵੱਲ ਨੂੰ ਮੁੜ ਜੂਗੀ ਕਿ ਹਾਂ ਇਹ ਲੋਕਾਂ ਨੇ ਪਹਿਲਾਂ ਗਲਤ ਕੀਤਾ, ਇਹਨੇ ਨਾਲ ਇਹੋ ਜਿਹਾ ਹੋਣਾ ਚਾਹੀਦਾ। ਸੋ ਉਹ ਸਿੰਪਥੀ ਲੈਣ 'ਚ ਸਰਕਾਰ ਸਫਲ ਹੋਈ ਕੱਲ। ਔਰ ਜੋ ਤਸਵੀਰ ਮੇਰੇ ਮਨ 'ਚ ਸੀ, ਕਿਤੇ ਨਾ ਕਿਤੇ ਸਾਰੇ ਪੰਜਾਬੀਆਂ ਦੇ ਮਨ 'ਚ ਹੋਣੀਆਂ। ਮੈਨੂੰ ਨਹੀਂ ਲੱਗਦਾ ਕਿ ਜਿੰਨੇ ਟਰੈਕਟਰ ਉੱਥੇ ਇੰਨੇ ਦਿਨਾਂ ਤੋਂ ਸਾਡੇ ਭਰਾ, ਕਿਉਂਕਿ ਮੈਂ ਪਿੰਡਾਂ ਨਾਲ ਸੰਬੰਧਿਤ ਹਾਂ, ਕਿਵੇਂ ਪੈਸੇ ਇਕੱਠੇ ਕਰ ਕਰਕੇ ਲੋਕਾਂ ਨੇ ਉੱਥੇ ਪਹੁੰਚੇ ਹੋਣਗੇ। ਹਰ ਬੰਦੇ ਦੀ ਇਹ ਦਿਲ ਦੀ ਇੱਛਾ ਸੀ ਮੈਂ ਪਰੇਡ ਦੇ ਵਿੱਚ ਸ਼ਾਮਲ ਹੋਵਾਂ, ਸ਼ਾਂਤਮਈ ਪਰੇਡ ਹੋਣੀ ਆ, ਮੇਰਾ ਟਰੈਕਟਰ ਉਹਦੇ 'ਚ ਸ਼ਾਮਲ ਹੋਵੇ। ਮੈਨੂੰ ਨਹੀਂ ਲੱਗਦਾ 25% ਟਰੈਕਟਰ ਵੀ ਪਰੇਡ 'ਚ ਸ਼ਾਮਲ ਹੋਏ ਹੋਣਗੇ। ਕੱਲ ਅਸੀਂ ਰਾਤ ਜਦੋਂ ਉੱਥੋਂ ਬਾਹਰ ਹੀ ਨਿਕਲੇ ਆ ਤਾਂ ਇੰਨੇ ਟਰੈਕਟਰ ਵਾਪਸ ਆਉਂਦੇ ਮੈਂ ਰਸਤੇ ਦੇ ਵਿੱਚ ਦੇਖੇ ਆ ਕਿ ਲੋਕ ਉਹ ਸ਼ਾਮਲ ਤਾਂ ਹੋਏ ਨਹੀਂ। ਇਹਦਾ ਮਤਲਬ ਉਹ ਐਡੀ ਛੇਤੀ ਪਰੇਡ 'ਚੋਂ ਘੁੰਮ ਕੇ ਤਾਂ ਬਾਹਰ ਨਹੀਂ ਨਿਕਲ ਸਕਦੇ ਕਿਉਂਕਿ ਜਾਮ ਐਡਾ ਸੀ। ਔਰ ਉਹ ਬਿਨਾਂ, ਕਿਉਂਕਿ ਜੋ ਆਰਗੇਨਾਈਜ਼ ਜਿਸ ਤਰੀਕੇ ਦੇ ਨਾਲ ਇਹ ਪਰੇਡ ਕੀਤੀ ਗਈ ਸੀ ਉਹਨੂੰ ਫੇਲ ਕਰਤਾ ਗਿਆ ਬਿਲਕੁਲ ਹੀ। ਔਰ ਆਪ ਮੁਹਾਰੇ ਜਿਹੜੀ ਮੇਰੇ ਦਿਮਾਗ 'ਚ ਤਸਵੀਰ ਮੈਂ ਉਹ ਲੀਕੀ ਹੋਈ ਸੀਗੀ ਕਿ ਜਿਵੇਂ ਉਹ ਜਥੇਬੰਦੀਆਂ ਨੇ ਕਿਹਾ ਵੀ ਸੀ ਕਿ 3-3 ਜਾਂ 4-4 ਟਰੈਕਟਰ ਪੈਰਲਲ ਚੱਲਣਗੇ, 20 ਦੀ ਸਪੀਡ ਤੇ ਟਰੈਕਟਰ ਚੱਲਣਗੇ, ਹਨਾ। ਉਹ ਜੋ ਇੱਕ ਜੋ ਤਸਵੀਰ ਜਾਣੀ ਸੀ ਲੋਕਾਂ 'ਚ, ਜਿਹੜੀ ਇੰਨੇ ਚਿਰ ਦੀ ਜਾ ਰਹੀ ਆ ਮੋਰਚੇ ਦੀ ਕਿ ਆਹ ਦੇਖੋ ਕਿਸਾਨਾਂ ਦੀ ਪਰੇਡ ਨਿਕਲ ਰਹੀ ਆ, ਇਹ ਕਿੰਨੇ ਸ਼ਾਂਤਮਈ ਤਰੀਕੇ ਨਾਲ ਤੁਰ ਰਹੇ ਆ, ਵਿੱਚ ਝਾਕੀਆਂ ਹੋਣੀਆਂ ਸੀ। ਤੋ ਉਹ ਔਰ ਕਿੱਡੇ ਮੀਡੀਆ ਨੇ ਜੋ ਉਹਨੂੰ, ਇੱਥੋਂ ਵਾਲਿਆਂ ਦੀ ਤਾਂ ਚਲੋ ਆਪਾਂ ਗੋਦੀ ਮੀਡੀਆ ਦੀ ਗੱਲ ਛੱਡ ਦਈਏ, ਇੰਟਰਨੈਸ਼ਨਲ ਤੇ ਸਾਡਾ ਮੈਸੇਜ ਇਹ ਜਾਣਾ ਸੀ ਕਿ ਆਹ ਦੇਖੋ ਕਿੰਨੇ ਕਿਸਾਨ ਨੇ, ਕਿੰਨੇ ਪਰੇਡ। ਤਾਂ ਮੈਂ ਤਾਂ ਸਮਝਦਾ ਕਿ ਪਰੇਡ ਤਾਂ ਉਦੋਂ ਹੀ ਸ਼ੁਰੂ ਹੋ ਗਈ ਸੀ ਜਿੱਦਣ ਲੋਕਾਂ ਨੇ ਘਰ ਤੋਂ ਬਹੀਰਾਂ ਘੱਤਤੀਆਂ ਸੀ ਟਰੈਕਟਰਾਂ ਨੇ ਦਿੱਲੀ ਨੂੰ, ਹਨਾ, ਕਿਉਂਕਿ ਸਰਕਾਰ ਨੂੰ ਜੋ ਮੈਸੇਜ ਅਸੀਂ ਦੇਣਾ ਸੀਗਾ ਕਿ ਲੋਕ ਕਿੰਨੇ ਸਾਡੇ ਨਾਲ ਨੇ, ਕਿੰਨਾ ਰੋਸ ਆ, ਉਹ ਉਸ ਦਿਨ ਤੋਂ ਸ਼ੁਰੂ ਹੋ ਗਿਆ ਸੀ। ਜਿੱਦਣ ਟਰੈਕਟਰ ਕਿਸੇ ਨੇ ਘਰੋਂ ਤੋਰਤਾ ਉਹਦੀ ਪਰੇਡ ਉਦਣ ਤੋਂ ਹੀ ਲਿਖੇ ਆ ਕਿਸਾਨ ਮੋਰਚੇ ਦੇ। ਜ਼ਰੂਰੀ ਨਹੀਂ ਦਿੱਲੀ ਦੇ ਵਿੱਚ ਵੜ ਕੇ ਜਾਂ ਉਹ ਰੋਡ ਦੇ ਉੱਤੇ ਘੁੰਮ ਕੇ, ਉਹਦੀ ਪਰੇਡ ਤਾਂ ਘਰ ਤੋਂ ਸ਼ੁਰੂ ਹੋ ਗਈ ਸੀ। ਪਰ ਉਹ ਜੋ ਮੈਸੇਜ ਜੋ ਉਹ ਜਾਣਾ ਸੀ, ਜੇ ਮੈਂ ਅੱਜ ਅਖਬਾਰਾਂ ਨੂੰ ਦੇਖ ਰਿਹਾ ਦੂਜੇ ਦਿਨ ਜੋ ਭਰੀਆਂ ਪਈਆਂ ਉਹ ਨੈਗੇਟਿਵ ਨਿਊਜ਼ ਦੇ ਨਾਲ ਸਾਡੇ ਬਾਰੇ, ਉਹਨਾਂ ਦੇ ਵਿੱਚ ਪੋਜ਼ਿਟਿਵ ਨਿਊਜ਼ ਹੋਣੀਆਂ ਸੀ ਦੂਜੇ ਪਾਸੇ ਕਿ ਦੇਖੋ ਜੀ ਕਿਸਾਨਾਂ ਨੇ ਪਰੇਡ ਮਾਰਚ ਕੀਤਾ, ਕਿੰਨੇ ਵਧੀਆ ਤਰੀਕੇ ਨਾਲ ਕੀਤਾ, ਕਿੰਨਾ ਇਕੱਠ ਸੀ, ਹਨਾ। ਸੋ ਉਹ ਚੀਜ਼ ਨੂੰ ਪਿੱਛੇ ਛੱਡ ਕੇ ਗੋਦੀ ਮੀਡੀਆ ਨੂੰ ਮੌਕਾ ਦੇਤਾ ਸੀ। ਔਰ ਜਿਹੜੀ ਇੱਕ ਵਧੀਆ ਉਤੋਂ ਗੋਦੀ ਮੀਡੀਆ ਤੋਂ ਤਾਂ ਮੈਂ ਉਮੀਦ ਹੀ ਨਹੀਂ ਸੀ ਕਰਦਾ। ਉਹਨਾਂ ਨੂੰ ਤਾਂ ਚਾਹੇ ਆਪਾਂ ਸੋਨੇ ਦੇ ਬਣ ਕੇ ਵੀ ਕੁਝ ਦਿਖਾ ਦਿੰਦੇ, ਉਹਨਾਂ ਨੇ ਤਾਂ ਫਿਰ ਵੀ ਨੈਗੇਟਿਵ ਹੀ ਬੋਲਣਾ ਸੀ। ਪਰ ਕੁਝ ਅਖਬਾਰਾਂ ਜਿਨ੍ਹਾਂ ਨੂੰ ਮੈਨੂੰ ਪਤਾ ਕਿ ਉਹਨਾਂ ਨੇ ਹਲੇ ਤੱਕ ਇੱਕ ਲਫ਼ਜ਼ ਵੀ ਕਿਸਾਨ ਮੋਰਚੇ ਦੇ ਖਿਲਾਫ ਨਹੀਂ ਲਿਖਿਆ ਸੀ, ਪਰ ਅੱਜ ਉਹਨਾਂ ਨੂੰ ਕਿਤੇ ਨਾ ਕਿਤੇ ਉਹ ਗੱਲ ਲਿਖਣੀ ਪੈ ਗਈ ਕਿਉਂਕਿ ਅਸੀਂ ਕੀਤਾ ਉਹ ਜਿਹਾ ਕੁਛ, ਹਨਾ, ਕਿ ਉਹਨਾਂ ਨੂੰ ਲਿਖਣਾ ਪਿਆ ਉਹਦੇ ਬਾਰੇ। ਤੋ ਇਸ ਕਰਕੇ ਮੈਂ ਕਿਸਾਨੀ ਲੀਡਰਾਂ ਨੂੰ ਵੀ ਸਵੇਰ ਦਾ ਸੁਣ ਰਿਹਾ, ਬੜੇ ਵਧੀਆ ਤਰੀਕੇ ਦੇ ਨਾਲ ਚਲਾ ਰਹੇ ਆ। ਨੋ ਡਾਊਟ ਤੁਹਾਨੂੰ ਹਰ ਇੱਕ ਨੂੰ ਹੱਕ ਆ, ਜੇ ਉਹ ਕਿਤੇ ਤੁਸੀਂ ਉਹਨਾਂ ਨੂੰ, ਉਹ ਤੁਹਾਨੂੰ ਗਲਤ ਲੱਗਦੇ ਆ, ਤੁਸੀਂ ਉਹਨਾਂ ਨੂੰ ਕਿੰਤੂ ਪਰੰਤੂ ਕਰ ਸਕਦੇ ਹੋ ਔਰ ਉਹ ਸੁਣਦੇ ਵੀ ਨੇ। ਪਰ ਹਲੇ ਤੱਕ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਆ। ਐਵੇਂ ਹੀ ਆਪਾਂ ਕਹੀ ਜਾਈਏ ਜੀ ਆਹ ਕਰ ਦੇਣਾ ਸੀ, ਉਹ ਕਰ ਦੇਣਾ ਸੀ, ਇੱਦਾਂ ਨਹੀਂ ਹੁੰਦਾ। ਔਰ ਜਿਹੜੇ ਬੰਦੇ ਵਿੱਚ ਰਹਿ ਕੇ ਚੱਲ ਰਹੇ ਹੁੰਦੇ ਆ ਨਾ, ਉਹਨਾਂ ਨੂੰ ਅੰਦਰਲੀਆਂ ਗੱਲਾਂ ਦਾ ਬਾਹਰਲਿਆਂ ਨਾਲੋਂ ਜ਼ਿਆਦਾ ਪਤਾ ਹੁੰਦਾ। ਕਈ ਵਾਰੀ ਜਿਹੜੇ ਬੰਦੇ ਪਾੜੇ ਦੇ ਬਾਹਰ ਬੈਠੇ ਹੁੰਦੇ ਆ ਨਾ ਪਲੇਅਰ, ਉਹ ਜ਼ਿਆਦੇ ਪੱਟਾਂ ਨੂੰ ਤੇਲ ਲਾ ਕੇ ਥਾਪੀਆਂ ਮਾਰਦੇ ਹੁੰਦੇ ਆ ਵੀ ਮੈਂ ਵਿੱਚ ਹੁੰਦਾ ਤਾਂ ਮੈਂ ਪਤਾ ਨਹੀਂ ਇਕੱਲਾ ਹੀ ਸਾਰੇ ਪੁਆਇੰਟ ਮੈਂ ਖਿੱਚ ਲਿਆਵਾਂ।
ਪਰ ਜਿਹੜਾ ਅੰਦਰ ਖੇਡ ਰਿਹਾ ਹੁੰਦਾ ਅਸਲੀਅਤ ਦਾ ਉਹਨੂੰ ਪਤਾ ਹੁੰਦਾ ਕਿ ਸਾਹਮਣੇ ਵਾਲੇ 'ਚ ਵੀ ਕਿੰਨਾ ਕਸੂਰ ਆ ਔਰ ਮੈਂ ਕਿਵੇਂ ਕਿਹੜੀ ਰੇਡ ਨਾਲ ਕੀ ਕਰਨਾ। ਸੋ ਬਾਹਰੋਂ ਰਹਿ ਕੇ ਕੁਛ ਵੀ ਕਹਿਣਾ ਇਹ ਬਹੁਤ ਸੌਖੀਆਂ ਗੱਲਾਂ ਨੇ। ਸੋ ਮੈਂ ਜਿੰਨਾ ਕੁ ਆਪਣੇ ਤੌਰ ਤੇ ਮੈਨੂੰ ਸਮਝ ਆ, ਜੋ ਮੈਂ ਦੇਖ ਪਾ ਰਿਹਾ, ਕਿਸਾਨੀ ਲੀਡਰ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਆ। ਔਰ ਉਹ ਵਿਚਾਰੇ ਅੱਜ ਮੈਂ ਜਦੋਂ ਬੋਲ ਰਿਹਾ ਉਹ ਮਤਲਬ ਮੈਂ ਸੁਣ ਰਿਹਾ ਸੀ ਹੁਣੇ ਥੋੜੀ ਦੇਰ ਪਹਿਲਾਂ ਵੀ, ਮੈਂ ਭਾਵਕ ਵੀ ਹੋਏ ਸਟੇਜ ਤੋਂ, ਬਲਕਿ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ ਉਹਨਾਂ ਨੂੰ ਦੇਖ ਕੇ। ਜਿਹੜੇ ਸਾਡੇ ਬਜ਼ੁਰਗ ਨੇ, ਜਦੋਂ ਮੈਂ ਉਹਨਾਂ ਨੂੰ ਬੇਬਸ ਦੇਖਦਾ ਔਰ ਸਪੈਸ਼ਲੀ ਉਹ ਇੰਨੇ ਦਿਨਾਂ ਤੋਂ ਹੱਥ ਜੋੜ ਕੇ ਉਹ ਕਹਿੰਦੇ ਹੋਣ ਵੀ ਹਿੰਸਾ ਤੋਂ ਬਚ ਜਿਓ, ਆਹ ਨਾ ਕਰਿਓ, ਆਹ ਨਾ, ਉਹ ਉਹਨਾਂ ਦੇ ਫੇਰ ਵੀ ਵਿਚਾਰਿਆਂ ਦੇ ਆਸਾਂ ਤੇ ਪਾਣੀ ਫਿਰਿਆ ਔਰ ਉਹ ਭਾਵਕ ਨੇ, ਉਹਨਾਂ ਦੀਆਂ ਅੱਖਾਂ 'ਚ ਅੱਜ ਹੰਝੂ ਨੇ। ਪਰ ਫਿਰ ਵੀ ਮੈਂ ਇਹ ਕਹੂੰਗਾ ਕਿ ਇਸ ਮੋਰਚੇ ਦੇ ਪ੍ਰਮਾਤਮਾ ਦੀ ਕਿਰਪਾ, ਇਹਨੂੰ ਫੇਲ ਕਰਨ ਵਾਲਾ ਕੋਈ ਜੰਮਿਆ ਨਹੀਂ। ਕੋਸ਼ਿਸ਼ਾਂ ਬਹੁਤ ਹੋ ਰਹੀਆਂ ਨੇ ਔਰ ਇਹਦੇ ਹਲੇ ਜਿਉਂ-ਜਿਉਂ ਜਿੱਤ ਵੱਲ ਵਧਣਾ, ਇਹਦੇ 'ਚ ਕਈਆਂ ਨੇ ਝੜਨਾ, ਕਈਆਂ ਨੇ ਅੱਗੇ ਆਉਣਾ। ਔਰ ਇਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਹੁਣ ਵੀ ਹੋ ਰਿਹਾ, ਅੱਗੇ ਵੀ ਹੋ ਜਾਣਾ। ਵੀ ਕੌਣ ਇਹਦੇ ਨਾਲ ਆ, ਕੌਣ ਨਹੀਂ ਨਾਲ, ਬਹੁਤ ਗੱਲਾਂ ਹੋਰ ਨਿਕਲ ਕੇ ਆਉਣਗੀਆਂ ਸਾਹਮਣੇ। ਸੋ ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾਂ ਇਹ ਚੱਲ ਨਹੀਂ ਸਕਦਾ ਔਰ ਉਹਦੀ ਕਿਰਪਾ ਕਰਕੇ ਹੀ ਇਹ ਜਿਹੜੀਆਂ ਚਾਲਾਂ ਚੱਲੀਆਂ ਜਾ ਰਹੀਆਂ, ਇਹ ਸਾਰੀਆਂ ਪੁੱਠੀਆਂ ਪੈ ਰਹੀਆਂ। ਕੱਲ ਫਿਰ ਵੀ ਮੈਂ ਇਹ ਕਹੂੰਗਾ ਕਿ 70% ਸਾਡਾ ਫਿਰ ਵੀ ਠੀਕ ਗਿਆ। ਜੋ ਹੋਰ ਵੱਡੀਆਂ ਘਟਨਾਵਾਂ ਹੋ ਸਕਦੀਆਂ ਸੀ, ਉਹਨਾਂ ਚੋਂ ਕਿਤੇ ਨਾ ਕਿਤੇ ਅਸੀਂ ਬਚ ਗਏ। ਪਰ ਮੈਂ ਫੇਰ ਨੌਜਵਾਨਾਂ ਨੂੰ ਇੱਕੋ ਹੀ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਜਿਹੜੀਆਂ ਤੱਤੀਆਂ ਗੱਲਾਂ ਨੇ ਨਾ, ਉਹ ਸਾਰਿਆਂ ਨੂੰ ਚੰਗੀਆਂ ਲੱਗਦੀਆਂ। ਜੇ ਕਿਸੇ ਨੂੰ ਕੋਈ ਇਹ ਕਹਿੰਦਾ ਬਈ ਤੁਹਾਡੇ ਕੋਈ ਡਾਂਗ ਮਾਰੇ, ਤੁਸੀਂ ਹੱਥ ਨਹੀਂ ਚੱਕਣਾ, ਤੁਸੀਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣਾ, ਹਨਾ ਬਈ ਉਹ ਜੋ ਮਰਜ਼ੀ ਕਰੀ ਜਾਣ, ਆਪਾਂ ਕੁਛ ਨਹੀਂ ਕਰਨਾ, ਇਹ ਗੱਲ ਤੇ ਅਗਲੇ ਨੂੰ ਲੱਗਦਾ ਹੁੰਦਾ ਸਾਹਮਣੇ ਵਾਲਾ ਵੀ ਇਹ ਤਾਂ ਪਤਾ ਨਹੀਂ ਐਵੇਂ ਹੀ ਆ, ਇਹ ਤਾਂ ਸਾਨੂੰ ਢੈਂਦੀ ਕਲਾ ਵਾਲੀ ਗੱਲ ਕਰ ਰਿਹਾ। ਜਿਹੜਾ ਆ ਕੇ ਇਹ ਕਰੇ ਨਾ ਵੀ ਚੱਕ ਦਿਆਂਗੇ, ਕਬਜ਼ਾ ਕਰ ਲਾਂਗੇ, ਉਹ ਕਰ ਦਾਂਗੇ, ਉਹੋ ਜਿਹੀਆਂ ਗੱਲਾਂ ਕਈ ਵਾਰੀ ਵਧੀਆ ਲੱਗਦੀਆਂ ਹੁੰਦੀਆਂ, ਪਰ ਉਹ ਪ੍ਰੈਕਟੀਕਲ ਅਸੀਂ ਕਿੱਥੇ ਕਬਜ਼ਾ ਕਰ ਲਿਆ? ਹੁਣ ਕਿਹੜਾ ਸਾਡਾ ਕਬਜ਼ਾ ਹੋ ਗਿਆ ਕਾਸੇ ਤੇ? ਔਰ ਹੋ ਵੀ ਕਿਵੇਂ ਸਕਦਾ? ਇਹ ਪ੍ਰੈਕਟੀਕਲ ਗੱਲ ਵੱਲ ਅਸੀਂ ਚੱਲੀਏ ਔਰ ਉਸ ਚੀਜ਼ ਨਾਲ ਸਾਨੂੰ ਕੀ ਲੱਭ ਗਿਆ ਕਰੇ ਤੇ ਉਹਦੀ ਪ੍ਰਾਪਤੀ ਕੀ ਆ? ਅਸੀਂ ਉੱਥੇ ਕਾਹਦੇ ਲਈ ਬੈਠੇ ਆ? ਪਹਿਲਾਂ ਤਾਂ ਇਹ ਗੱਲ ਸਮਝਣ ਦੀ ਲੋੜ ਆ। ਔਰ ਮੁੱਦੇ ਤੋਂ ਜਦੋਂ ਵੀ ਅਸੀਂ ਭਟਕਾਂਗੇ ਤਾਂ ਅਸੀਂ ਪਿੱਛੇ ਨੂੰ ਹੀ ਜਾਵਾਂਗੇ। ਮੁੱਦਾ ਕੀ ਆ ਉੱਥੇ? ਕਾਹਦੇ ਲਈ ਸਾਡੇ ਲੱਖਾਂ ਲੋਕ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਸਾਡੇ ਨੌਜਵਾਨ ਬੈਠੇ ਆ, ਬੱਚੇ ਬੈਠੇ ਆ, ਸਾਡੀਆਂ ਮਾਵਾਂ ਬੈਠੀਆਂ, ਕਾਹਦੇ ਲਈ ਹੁਣ ਤੱਕ ਸਾਡੇ ਨੌਜਵਾਨਾਂ ਦੀਆਂ, ਬਜ਼ੁਰਗਾਂ ਦੀਆਂ ਇੰਨੀਆਂ ਜਾਨਾਂ ਗਈਆਂ? ਉਹਦੇ ਪਿੱਛੇ ਸਾਡਾ ਮਕਸਦ ਕੀ ਆ? ਅਸੀਂ ਕਿਤੇ ਕਬਜ਼ਾ ਕਰਨਾ, ਜਾਂ ਅਸੀਂ ਕਿਤੇ ਵਿੱਚ ਵੜ ਕੇ ਜ਼ਿਆਦਾ ਪਰੇਡ ਦੂਰ ਦੀ ਘਮਾਉਣੀ ਆ, ਉਹ ਸਾਡਾ ਮਕਸਦ ਆ? ਜਾਂ ਸਾਡਾ ਮਕਸਦ ਆ ਅਸੀਂ ਕਾਨੂੰਨ ਰੱਦ ਕਰਾਉਣੇ ਆ? ਸੋ ਮੈਂ ਤਾਂ ਇਹੀ ਕਹੂੰਗਾ ਕਿ ਮੇਨ ਮੁੱਦੇ ਤੋਂ ਨਹੀਂ ਸਾਨੂੰ ਭਟਕਣਾ ਚਾਹੀਦਾ, ਮੁੱਦੇ ਦੇ ਉੱਤੇ ਰਹੀਏ। ਔਰ ਮੈਂ ਫਿਰ ਵੀ ਸਾਰਿਆਂ ਨੂੰ ਆਪਣੇ ਵੱਲੋਂ ਮੇਰੀ ਅਰਦਾਸ ਵੀ ਆ, ਮਾਲਕ ਦੇ ਚਰਨਾਂ 'ਚ ਬਹੁਤ ਮਿਹਰ ਆ ਇਸ ਮੋਰਚੇ ਤੇ, ਕਿਸੇ ਨੂੰ ਦਿਲ ਛੱਡਣ ਦੀ ਲੋੜ ਨਹੀਂ। ਔਰ ਇਹਦੇ ਨਾਲ ਹੋਰ ਕੈੜੇ ਹੋ ਕੇ ਲੋਕ ਨਿਕਲਣਗੇ, ਇਹ ਮੇਰੇ ਆਪਣੇ ਦਿਲੋਂ ਆਵਾਜ਼ ਆ। ਲੋਕ ਹੋਰ ਜ਼ਿਆਦਾ ਜੁੜਨਗੇ, ਜ਼ਿਆਦਾ ਭਰੋਸਾ ਹੋਊਗਾ ਲੀਡਰਾਂ ਦੇ ਉੱਤੇ। ਔਰ ਇਸ ਮੋਰਚੇ ਦੀ ਤਾਕਤ ਆ ਜਿਹੜੀ ਅੱਗੇ ਨਾਲੋਂ ਦੁੱਗਣੀ ਹੋ ਕੇ ਲੋਕਾਂ ਦੇ ਮੂਹਰੇ ਆਊਗੀ। ਮੇਰੀ ਇਹ ਆਪਣੀ ਦਿਲ ਦੀ ਆਵਾਜ਼ ਆ। ਸੋ ਅਸੀਂ ਇਸੇ ਤਰ੍ਹਾਂ ਜੁੜ ਕੇ ਰਹੀਏ। ਔਰ ਜਿਹੜੇ ਲੋਕ ਮੂਹਰੇ ਲੱਗ ਕੇ ਲੜਾਈ ਲੜ ਰਹੇ ਆ, ਕੋਈ ਨਹੀਂ, ਜੇ ਕਿਤੇ ਕੋਈ ਗਲਤੀ ਹੋਊਗੀ ਆਪਾਂ ਉਹਦੇ ਖਿਲਾਫ ਹਿੱਸੇ ਦੇ ਉੱਤੇ ਇਹ ਲੀਡਰਾਂ ਨੂੰ ਆਪਾਂ ਐਂ ਕਹੀਏ ਇਹ ਸਹੀ ਨਹੀਂ ਲੜ ਰਹੇ, ਇਹਨਾਂ ਨੇ ਆਹ ਫੈਸਲਾ ਕਿਉਂ ਕੀਤਾ। ਮੈਨੂੰ ਹਾਲੇ ਤੱਕ ਬਹੁਤ ਸਾਰਾ ਕੁਝ ਉਹਨਾਂ ਦਾ ਵਧੀਆ ਲੱਗ ਰਿਹਾ, ਬੜੇ ਵਧੀਆ ਤਰੀਕੇ ਨਾਲ ਲੜ ਰਹੇ ਆ। ਬਲਕਿ ਅੱਜ ਦਿਲ ਇਸ ਗੱਲੋਂ ਨਿਰਾਸ਼ ਹੋਇਆ ਕਿ ਕੁਛ ਕੁ ਲੋਕਾਂ ਦੀ ਵਜ੍ਹਾ ਕਰਕੇ ਉਹ ਲੀਡਰ ਸਾਡੇ ਨਿਰਾਸ਼ ਹੋਏ ਆ। ਉਹ ਮੈਨੂੰ ਮਤਲਬ ਬੇਬਸ ਲੱਗੇ ਕਿ ਇੰਨੇ ਸਮਝਾਉਣ ਦੇ ਬਾਵਜੂਦ ਉਹਨਾਂ ਦੇ ਤਰੀਕੇ ਦੇ ਨਾਲ ਪਰੇਡ ਨਹੀਂ ਹੋ ਪਾਈ ਜਿਵੇਂ ਉਹ ਚਾਹੁੰਦੇ ਸੀਗੇ। ਔਰ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਡੀ ਵੱਡੀ ਤਸਵੀਰ ਜਾਣੀ ਸੀ, ਉਹ ਅਸੀਂ ਕਿਤੇ ਨਾ ਕਿਤੇ ਉਹ ਥੋੜ੍ਹੇ ਪਿੱਛੇ ਰਹਿ ਗਏ। ਔਰ ਬਾਕੀ ਕੋਈ ਐਸੀ ਗੱਲ ਨਹੀਂ, ਤੁਹਾਡੇ ਹੌਸਲੇ ਬਹੁਤ ਨੇ। ਔਰ
ਔਰ ਮੋਰਚੇ ਦੇ ਵਿੱਚ ਜਦੋਂ ਜਾਂਦੇ ਆ ਤਾਂ ਅਲੱਗ ਉੱਥੋਂ ਦੀ ਲਹਿਰ ਹੈਗੀ ਆ, ਅਲੱਗ ਦੀ ਟਾਈਪ ਦੀ ਪੋਜ਼ਿਟਿਵਿਟੀ ਆ ਉਸ ਮੋਰਚੇ 'ਚ, ਉਹ ਆਪਾਂ ਖੋਣ ਨਹੀਂ ਦੇਣੀ। ਇਸੇ ਤਰ੍ਹਾਂ ਜੁੜ ਕੇ ਰਹਿ ਆਪਾਂ ਸਿਸਟੇਮੈਟਿਕ ਤਰੀਕੇ ਦੇ ਨਾਲ ਜਿੰਨਾ ਡਿਸਿਪਲਿਨ ਦੇ ਵਿੱਚ ਰਹਿ ਕੇ ਓਨਾ ਹੀ ਇਹ ਵਧੀਆ ਰਹੂਗਾ, ਇਹਨੂੰ ਕੋਈ ਨਹੀਂ ਹਰਾ ਸਕਦਾ। ਸੋ ਮੇਰੇ ਦਿਲ ਦੀਆਂ ਇਹ ਭਾਵਨਾਵਾਂ ਸੀਗੀਆਂ ਕੱਲ੍ਹ ਦਾ, ਜਦੋਂ ਦਾ ਮੈਂ ਸ਼ਾਮਲ ਹੋਇਆ ਜਾਂ ਮੈਂ ਪਰੇਡ ਦੇ ਵਿੱਚ ਵੀ ਗਏ ਸੀ ਚਲੋ। ਸੋ ਬਾਕੀ ਮੈਂ ਜੋ ਅਖਬਾਰਾਂ ਸਵੇਰ ਦੀਆਂ ਦੇਖ ਰਿਹਾ, ਜੋ ਮੀਡੀਆ ਦੇ ਵਿੱਚ ਜੋ ਚੱਲ ਰਿਹਾ, ਉਹਦੇ ਨਾਲ ਮੈਂ ਥੋੜ੍ਹਾ ਜਿਹਾ ਨਿਰਾਸ਼ ਹਾਂ। ਔਰ ਮੈਂ ਫੇਰ ਇਹੀ ਕਹਿਣਾ, ਸਰਕਾਰ ਹੀ ਇਸ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਉਹਨਾਂ ਕੋਲੇ ਕੁਛ ਹੈ ਨਹੀਂ ਇਹਦੇ, ਔਰ ਉਹ ਚੀਜ਼ਾਂ ਪੈਦਾ ਕਰ ਰਹੇ ਆ ਕਿ ਕਿਸ ਤਰੀਕੇ ਦੇ ਨਾਲ, ਕਿਉਂਕਿ ਸਿੰਪਥੀ ਜਿੰਨੀ ਦੇਰ ਸਾਰੇ ਲੋਕ ਕਿਸਾਨਾਂ ਦੇ ਨਾਲ ਨੇ, ਚਾਹੇ ਉਹ ਹੋਰ ਕਮਿਊਨਿਟੀਆਂ ਵੀ ਨੇ, ਔਰ ਉਹ ਜਿੰਨੀ ਦੇਰ ਨਾਲ ਨੇ ਕਿਸਾਨਾਂ ਨੂੰ ਕੋਈ ਟੱਚ ਵੀ ਨਹੀਂ ਕਰ ਸਕਦਾ, ਕੋਈ ਉਂਗਲ ਨਹੀਂ ਕਰ ਸਕਦਾ ਇੱਧਰ, ਕਿਉਂਕਿ ਲੋਕ ਸਰਕਾਰ ਦੇ ਖਿਲਾਫ ਹੋ ਜਾਣਗੇ। ਉਹ ਮਾਹੌਲ ਬਣਾਉਣਾ ਚਾਹੁੰਦੇ ਆ ਇਹੋ ਜਿਹਾ ਕਿ ਲੋਕਾਂ ਨੂੰ ਇਹਨਾਂ ਦੇ ਖਿਲਾਫ ਕਰ ਦਈਏ ਅਸੀਂ, ਕਿ ਲੋਕ ਕਹਿਣ ਕਿ ਨਹੀਂ ਕਿਸਾਨ ਗਲਤ ਨੇ ਤੇ ਜਿਹੜੀ ਸਰਕਾਰ ਆ ਉਹ ਠੀਕ ਆ। ਸੋ ਇਹੋ ਜਿਹਾ ਆਪਾਂ ਮੌਕਾ ਕਦੇ ਦੇਣਾ ਨਹੀਂ। ਗੁੱਸਾ ਸਾਰਿਆਂ ਨੂੰ ਆ, ਜੋਸ਼ ਸਾਰਿਆਂ 'ਚ ਆ, ਪਰ ਇਹ ਜਿਹੜਾ ਟਾਈਮ ਆ ਨਾ, ਇਹ ਜੋਸ਼ ਨਾਲੋਂ ਵੀ ਜ਼ਿਆਦਾ ਹੋਸ਼ ਨਾਲ ਤੁਰਨ ਦਾ ਵਾ, ਔਰ ਵਧੀਆ ਤਰੀਕੇ ਨਾਲ ਸਾਡੇ ਲੀਡਰ ਉਹਨੂੰ ਚਲਾ ਰਹੇ ਆ। ਤੋ ਉਹਨਾਂ ਦੇ ਨਾਲ ਲੱਗੀਏ, ਪ੍ਰਮਾਤਮਾ ਸਾਰਿਆਂ ਦੀਆਂ ਲੰਮੀਆਂ ਉਮਰਾਂ ਕਰੇ, ਸਾਡੇ ਲੀਡਰਾਂ ਦੀਆਂ, ਉਹ ਹੋਰ ਵੱਧ ਚੜ੍ਹ ਕੇ ਤਕੜੇ ਹੋ ਕੇ ਮੂਹਰੇ ਆਉਣ। ਮੈਂ ਤਾਂ ਕਹਿਣਾ ਵੀ ਕੋਈ ਨਹੀਂ, ਜਿਹੜਾ ਹੈ ਨਾ ਜੋ ਇਹ ਪਰਖ, ਹਲੇ ਕਈ ਪਰਖਾਂ ਇਹਦੇ 'ਚ ਹੋਣੀਆਂ ਨੇ, ਹਲੇ ਮੋਰਚੇ ਨੇ ਬਹੁਤ ਕੁਝ ਦੇਖਣਾ, ਕਿਉਂਕਿ ਸਾਹਮਣੇ ਬਹੁਤ ਵੱਡਾ ਜਿਨ੍ਹਾਂ ਨਾਲ ਮੱਥਾ ਲਾਇਆ ਹੋਇਆ ਉਹ ਡਾਢੇ ਲੋਕ ਨੇ, ਉਹਨਾਂ ਕੋਲੇ ਪਾਵਰਾਂ ਨੇ। ਪਰ ਕੋਈ ਗੱਲ ਨਹੀਂ, ਤੁਹਾਡੇ ਨਾਲ ਪ੍ਰਮਾਤਮਾ ਖੜਾ। ਇਹ ਕਿਰਤੀ ਲੋਕਾਂ ਦਾ ਸੰਘਰਸ਼ ਆ, ਇਹ ਮਜ਼ਦੂਰਾਂ ਦਾ ਸੰਘਰਸ਼ ਆ, ਔਰ ਤੁਸੀਂ ਦਿਲੋਂ ਲੜ ਰਹੇ ਹੋ। ਜਿਹੜੇ ਲੋਕ ਦਿਲ ਤੋਂ ਲੜਦੇ ਆ ਨਾ, ਔਰ ਇਨੋਸੈਂਟ ਲੋਕ ਲੜ ਰਹੇ ਆ, ਔਰ ਕਿਤੇ ਨਾ ਕਿਤੇ ਜਾ ਕੇ ਨਾ, ਜਾਣ ਵਾਲਿਆਂ ਦਾ ਮੈਂ ਕੋਈ ਕਸੂਰ ਨਹੀਂ ਗਿਣਦਾ। ਲੋਕ ਸਾਡੇ ਬਹੁਤ ਭੋਲੇ ਨੇ, ਮੈਂ ਪਿੰਡਾਂ 'ਚ ਰਹਿਣਾ, ਲੋਕ ਭਾਵੁਕ ਹੋ ਜਾਂਦੇ ਆ ਛੇਤੀ, ਤੇ ਪਰ ਜਿਹੜੇ ਉਹਨਾਂ ਨੂੰ ਲੈ ਕੇ ਜਾਂਦੇ ਆ, ਜੋ ਕਹਿੰਦੇ ਆ ਉਹਨਾਂ ਨੂੰ ਉਕਸਾਉਣਾ, ਸੋ ਉਹ ਲੋਕ ਜ਼ਿੰਮੇਵਾਰ ਨੇ। ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਪਊਗੀ ਇਸ ਗੱਲ ਦੀ। ਜੇ ਆਪਾਂ ਕਹੀਏ ਉੱਥੇ ਫਲਾਣਾ ਪਹਿਲਾਂ ਸੀ, ਫਲਾਣਾ ਬਾਅਦ ਸੀ, ਜਾਂ ਕੋਈ ਮੂਹਰੇ ਨਹੀਂ ਦਿਖ ਰਿਹਾ, ਪਰ ਜੋ ਲੈਕਚਰ ਤੁਸੀਂ ਸੁਣਦੇ ਹੋ ਪਹਿਲਾਂ, ਜੋ ਬੋਲਦੇ ਹੋ, ਉਹ ਲੋਕ ਜ਼ਿੰਮੇਵਾਰ ਨੇ, ਜਿਹੜੇ ਕਹਿੰਦੇ ਆ ਕਿ ਆਪਾਂ ਚੱਕ ਦਿਆਂਗੇ, ਹੈ ਨਾ। ਸੋ ਉਸ ਚੀਜ਼ ਤੋਂ ਮਾਲਕ ਬਚਾ ਕੇ ਰੱਖੇ ਇਸ ਮੋਰਚੇ ਨੂੰ, ਸਾਡੀ ਜਿੱਤ ਹੋਵੇ, ਔਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਪ੍ਰਮਾਤਮਾ ਜਿੰਨੇ ਵੀ ਭਰਾ ਸਾਡੇ ਬੈਠੇ ਆ ਮੋਰਚੇ ਦੇ ਵਿੱਚ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਰਿਆਂ ਦੀ ਲੰਮੀ ਉਮਰ ਕਰੇ, ਸਾਡੇ ਬਜ਼ੁਰਗਾਂ ਦੀ ਲੰਮੀ ਉਮਰ ਕਰੇ, ਔਰ ਅਸੀਂ ਜਿੱਤ ਕੇ ਜਾਈਏ, ਅਸੀਂ ਜਸ਼ਨਾਂ ਨਾਲ ਜਾਈਏ ਇੱਥੋਂ, ਕਿਉਂਕਿ ਇਹ ਸੰਘਰਸ਼, ਇਹ ਜੇ ਅਸੀਂ ਥੋੜ੍ਹੇ ਜਿਹੇ ਵੀ ਇਹਦੇ 'ਚ ਢਿੱਲੇ ਰਹਿ ਗਏ ਨਾ, ਇਹ ਇੱਕ ਹੌਸਲੇ ਵਾਲੀ, ਮਤਲਬ ਹੌਸਲਾ ਢਹਿਣ ਵਾਲੀ ਗੱਲ ਹੋ ਜੂ ਵੀ ਇੰਨੀ ਦੇਰ ਲੜ ਕੇ। ਉਹ ਤਾਂ ਹੀ ਦਿਲ ਨੂੰ ਦੁੱਖ ਲੱਗਦਾ ਨਾ, ਜਦੋਂ ਲੱਗਦਾ ਵੀ, ਜੇ ਮੈਂ ਆਪਣੀ ਸਮਝ ਨਾ ਵੀ ਉਹਨੂੰ ਦੇਖਦਾ ਕਿ ਯਾਰ ਆਹ ਚੀਜ਼ ਨੇ ਸਾਨੂੰ ਪਿੱਛੇ ਕਰਤਾ, ਥੋੜ੍ਹਾ ਜਿਹਾ ਹੋਰ ਪਾਸੇ ਨੂੰ ਮੁੜ ਪਏ ਅਸੀਂ, ਲੜਾਈ ਕਿਸੇ ਹੋਰ ਚੀਜ਼ ਦੀ ਆ, ਤੁਰ ਪਏ ਕਿਸੇ ਹੋਰ ਪਾਸੇ। ਸੋ ਉਹ ਚੀਜ਼ ਤੁਹਾਨੂੰ, ਜਦ ਤੁਸੀਂ ਦਿਲੋਂ, ਹੈ ਨਾ, ਉਸ ਚੀਜ਼ ਤੁਹਾਨੂੰ ਦੁਖੀ ਕਰਦੀ ਆ। ਸੋ ਮੈਂ ਵੀ ਹੋਇਆ, ਮੈਂ ਅਪਸੈਟ ਵੀ ਹੋਇਆ, ਪਰ ਮੈਨੂੰ ਪਰਮਾਤਮਾ 'ਤੇ ਭਰੋਸਾ, ਔਰ ਮੈਨੂੰ ਜਿਹੜੇ ਲੋਕ ਉੱਥੇ ਬਿਨਾਂ ਕਿਸੇ ਮਤਲਬ ਆਪਣੇ ਦਿਲੋਂ ਜਿਹੜੇ ਮੌਤ ਨੂੰ ਭੁਲਾਈ ਬੈਠੇ ਆ, ਔਰ ਉਹ ਜਿਹੜੇ ਮਰ ਜੀਵੜੇ ਮੈਂ ਕਹੂੰਗਾ ਉੱਥੇ, ਉਹਨਾਂ ਦੀਆਂ ਜਿਹੜੀਆਂ ਦੁਆਵਾਂ ਨੇ, ਉਹਨਾਂ ਦਾ ਜੋ ਉਹਨਾਂ ਦੇ ਪਿੱਛੇ ਬਲ ਹੈਗਾ, ਜੋ ਮਾਲਕ ਵੱਸਦਾ, ਸੋ ਉਹ ਕਦੇ ਵੀ ਉਹਨਾਂ ਨੂੰ ਹਾਰਨ ਨਹੀਂ ਦਊਗਾ, ਔਰ ਨਾ ਹੀ ਹਾਰਨ। ਇਹੀ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ। ਸੋ ਮਾਲਕ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ, ਤੇ ਜਿਉਂਦੇ ਵਸਦੇ ਰਹੋ, ਰੱਬ ਰਾਖਾ। ਪੰਜਾਬੀ ਸਿਨੇਮਾ ਤੇ ਸੰਗੀਤ ਜਗਤ ਦੀ ਹੋਰ ਲੇਟੈਸਟ ਅਪਡੇਟਸ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ ਤੇ YouTube ਚੈਨਲ ਸਬਸਕ੍ਰਾਈਬ ਕਰੋ।